जैसे कि बाइबल में यिर्मयाह 17 उसके 14 में लिखा है, हे यहोवा मुझे चंगा कर तब मैं चंगा हो जाऊंगा, मुझे बचा तब मैं बच जाऊंगा, क्योंकि मैं तेरी ही स्तुति करता हूँ। ये वचन इनके जीवन में पूरा हुआ। सारे जय मसीह दी। मेरा नाम लवदीप सिंह है। ये मेरे फादर सरदार परमजीत सिंह ने। ਅਸੀਂ ਅੰਮ੍ਰਿਤਸਰ ਜ਼ਿਲ੍ਹੇ ਤੋਂ ਬਿਲੋਂਗ ਕਰਦੇ ਹਾਂ ਔਰ ਅੱਜ ਜੋ ਗਵਾਹੀ ਹੈ ਉਹ ਮੇਰੇ ਫਾਦਰ ਸਾਹਿਬ ਦੀ ਹੈ ਕਿ ਕਿਵੇਂ ਪਰਮੇਸ਼ਰ ਨੇ ਇਹਨਾਂ ਨੂੰ ਬ੍ਰੇਨ ਹੈਮਰੇਜ ਦੀ ਬਿਮਾਰੀ ਤੋਂ ਬਾਹਰ ਲਿਆਂਦਾ। 6 ਮਾਰਚ 2022 ਮੇਰੇ ਫਾਦਰ ਸਾਹਿਬ ਆਪਣੇ ਫਰੈਂਡ ਸਰਕਲ ਵਿੱਚ ਬੈਠੇ ਹੋਏ ਸੀ ਔਰ ਅਚਾਨਕ ਹੀ ਇਹਨਾਂ ਨੂੰ ਜਿਹੜਾ ਉਹ ਸਿਰ ਪੀੜ ਬਹੁਤ ਭਿਆਨਕ ਦਰਦ ਮਹਿਸੂਸ ਹੋਈ। ਜਦੋਂ ਇਹਨਾਂ ਨੂੰ ਕਾਫੀ ਦਰਦ ਫੀਲ ਹੋ ਰਹੀ ਸੀ ਘਰ ਵਿੱਚ ਤਾਂ ਮੇਰੇ ਸਿਸਟਰ ਨੇ ਮੈਨੂੰ ਕਾਲ ਕੀਤੀ ਕਿ ਇਸ ਤਰ੍ਹਾਂ ਫਾਦਰ ਦੇ ਕਾਫੀ ਜ਼ਿਆਦਾ ਪੇਨ ਹੋ ਰਹੀ ਆ ਤੇ ਸਿਰ ਦੇ ਵਿੱਚ ਤੇ ਤੁਸੀਂ ਜਲਦੀ ਤੋਂ ਜਲਦੀ ਘਰ ਆਓ। ਤੇ ਮੈਂ ਸੋਚਿਆ ਸ਼ਾਇਦ ਨਾਰਮਲੀ ਪੇਨ ਹੋਣੀ ਆ, ਜਿੱਦਾਂ ਹੈਡੇਕ ਆਪਾਂ ਘਰ 'ਚ ਕਹਿ ਦਿੰਦੇ ਆ ਜਾਂ ਕੋਈ ਪੇਨ ਟੈਬਲੇਟ ਵਗੈਰਾ ਲੈ ਲਈਦੀ ਆ। ਤੇ ਇਹਨਾਂ ਫਿਰ ਸਿਸਟਰ ਨੂੰ ਕਿਹਾ ਕਿ ਮੇਰੇ ਜ਼ਿਆਦਾ ਪੇਨ ਹੋ ਰਹੀ ਆ ਤੇ ਮਤਲਬ ਮੈਨੂੰ ਹਸਪੀਟਲ ਹੀ ਕਿਤੇ ਲੈ ਕੇ ਜਾਓ। ਮੈਂ ਇਗਨੋਰ ਕਰ ਦਿੱਤਾ ਕਿ ਕੋਈ ਨਹੀਂ ਹੈਡੇਕ ਪੇਨ ਹੋਣੀ ਆ। ਤੇ ਮੈਂ ਆਪਣੇ ਗੁਆਂਢ 'ਚ ਕਿਸੇ ਨੂੰ ਕਾਲ ਕੀਤੀ ਕਿ ਫਾਦਰ ਸਾਹਿਬ ਨੂੰ ਤੁਸੀਂ ਲੈ ਕੇ ਜਾਓ ਤੇ ਮੈਂ ਪਿੱਛੇ ਤੁਹਾਡੇ ਆ ਰਿਹਾ ਵਾਂ। ਤੇ ਉਹ ਜਦੋਂ ਲੈ ਕੇ ਗਏ ਹਸਪੀਟਲ ਦੇ ਵਿੱਚ, ਜਦੋਂ ਮੈਂ ਉੱਥੇ ਪਹੁੰਚਿਆ ਤਾਂ ਇੱਕ ਲੇਡੀ ਡਾਕਟਰ ਸੀ ਜਿਹੜੇ ਇਹਨਾਂ ਨੂੰ ਚੈੱਕਅਪ ਕਰ ਰਹੀ ਸੀ, ਇਹਨਾਂ ਦੇ ਬੀਪੀ ਚੈੱਕ ਕਰ ਰਹੀ ਸੀ। ਤਾਂ ਉਹਨਾਂ ਦੱਸਿਆ ਕਿ ਇਹਨਾਂ ਦਾ ਬੀਪੀ ਜਿਹੜਾ ਇਹ ਬਹੁਤ ਹਾਈ ਲੈਵਲ ਤੇ ਜਾ ਚੁੱਕਾ ਵਾ, ਮਤਲਬ ਆਊਟ ਆਫ ਕੰਟਰੋਲ ਹੋ ਚੁੱਕਾ ਵਾ। ਤੇ ਸਾਡੇ ਕੋਲ ਜਿਹੜੇ ਆ ਇਹਨਾਂ ਨੂੰ ਕੰਟਰੋਲ ਕਰਨ ਦਾ ਕੋਈ ਸਾਧਨ ਨਹੀਂ ਹੈਗਾ ਜਾਂ ਸਾਡੇ ਕੋਲ ਕੋਈ ਇਹੋ ਜਿਹੀਆਂ ਮਸ਼ੀਨਾਂ ਨਹੀਂ ਅਵੇਲੇਬਲ ਹੈਗੀਆਂ। ਤੇ ਤੁਸੀਂ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਨਾਲ ਦਾ ਚੈਰੀਟੇਬਲ ਹਸਪੀਟਲ ਆ ਤੁਸੀਂ ਉੱਥੇ ਇਹਨਾਂ ਨੂੰ ਸ਼ਿਫਟ ਕਰ ਦਿਓ ਕਿ ਤਾਂ ਕਿ ਉਹ ਐਮਰਜੈਂਸੀ ਇਹਨਾਂ ਨੂੰ ਲੈ ਲੈਣ, ਕਿਉਂਕਿ ਉਹਨਾਂ ਕੋਲ ਸਾਧਨ ਹੈ ਨਹੀਂ। ਤੋ ਮੈਂ ਉਹਨਾਂ ਦੀ ਗੱਲ ਮੰਨ ਕੇ ਨਾਲ ਦੇ ਜਿਹੜਾ ਹਸਪੀਟਲ ਸੀ ਬਿਲਕੁਲ ਅੱਧਾ ਕਿਲੋਮੀਟਰ ਤੋਂ ਵੀ ਘੱਟ ਹੈ ਮੇਰਾ ਖਿਆਲ, ਤੇ ਮੈਂ ਉੱਥੇ ਇਹਨਾਂ ਨੂੰ ਸ਼ਿਫਟ ਕੀਤਾ। ਤੇ ਉੱਥੇ ਉਹਨਾਂ ਨੇ ਇਹਨਾਂ ਨੂੰ ਐਡਮਿਟ ਕੀਤਾ। ਤਾਂ ਉੱਥੇ ਉਹਨਾਂ ਨੇ ਐਡਮਿਟ ਕਰਕੇ ਇਹਨਾਂ ਦਾ ਇਲਾਜ ਜਿਹੜਾ ਉਹ ਚਾਲੂ ਕੀਤਾ। ਜਦੋਂ ਇਹਨਾਂ ਦਾ ਉੱਥੇ ਇਲਾਜ ਚੱਲ ਰਿਹਾ ਸੀ ਤੇ ਮੈਨੂੰ ਲੱਗ ਰਿਹਾ ਸੀ ਕਿ ਇਹਨਾਂ ਨੂੰ ਕੋਈ ਵੀ ਫਰਕ ਨਹੀਂ ਪੈ ਰਿਹਾ ਜਾਂ ਉਹਨਾਂ ਕੋਲ ਇਹਨਾਂ ਦਾ ਇਲਾਜ ਚੰਗੀ ਤਰ੍ਹਾਂ ਨਹੀਂ ਹੋ ਰਿਹਾ। ਇਹਨਾਂ ਦਾ ਬੀਪੀ ਵੀ ਜਿਹੜਾ ਉਹ ਮੇਰਾ 200 ਦੇ ਕਰੀਬ ਸੀ ਤੇ ਉਹਨਾਂ ਕੋਲ ਮਤਲਬ ਕੰਟਰੋਲ ਨਹੀਂ ਸੀ ਹੋ ਪਾ ਰਿਹਾ। ਸੋ ਸਾਡੇ ਉੱਥੇ ਇੱਕ ਰਿਸ਼ਤੇਦਾਰ ਆਏ ਤੇ ਉਹਨਾਂ ਮੈਨੂੰ ਕੰਸਲਟ ਕੀਤਾ ਕਿ ਇਹਨਾਂ ਨੂੰ ਕਿਸੇ ਦੂਸਰੇ ਹਸਪੀਟਲ ਵਿੱਚ ਸ਼ਿਫਟ ਕਰੋ ਜਿਹੜਾ ਕਿ ਜਲੰਧਰ ਵਿੱਚ ਹੈ। ਤੇ ਜਦੋਂ ਆਪਾਂ ਇਹਨਾਂ ਨੂੰ ਜਲੰਧਰ ਹਸਪੀਟਲ ਵਿੱਚ ਲੈ ਕੇ ਗਏ ਤਾਂ ਉੱਥੇ ਐਮਰਜੈਂਸੀ ਵਾਰਡ ਵਿੱਚ ਥੋੜ੍ਹੀ ਦੇਰ ਰੱਖਣ ਤੋਂ ਬਾਅਦ ਇਹਨਾਂ ਦਾ ਸਿਟੀ ਸਕੈਨ ਕੀਤਾ ਗਿਆ। ਜਦੋਂ ਰਿਪੋਰਟ ਆਈ ਤਾਂ ਰਿਪੋਰਟ ਆਉਣ ਤੋਂ ਬਾਅਦ ਡਾਕਟਰ ਨੇ ਸਾਨੂੰ ਦੱਸਿਆ ਕਿ ਇਹਨਾਂ ਨੂੰ ਬ੍ਰੇਨ ਹੈਮਰੇਜ ਦੀ ਸ਼ਿਕਾਇਤ ਹੋਈ ਆ ਤੇ ਉਹਦਾ ਕਰਕੇ ਇਹ ਕੋਮਾ 'ਚ ਵੀ ਜਾ ਸਕਦੇ ਆ ਤੇ ਇਹਨਾਂ ਦੀ ਜਿਹੜੀ ਬੋਲਣ ਤੇ ਸੁਣਨ ਦੀ ਸ਼ਕਤੀ ਉਹ ਵੀ ਜਾ ਸਕਦੀ ਆ। ਇਹਨਾਂ ਨੂੰ ਪੈਰਾਲਾਈਜ਼ ਦਾ ਅਟੈਕ ਵੀ ਆ ਸਕਦਾ ਵਾ। ਸੋ ਇਹ ਸੁਣਨ ਤੋਂ ਬਾਅਦ ਮੈਂ ਤੇ ਮੇਰੇ ਮਦਰ ਸੀ ਉੱਥੇ, ਅਸੀਂ ਤੇ ਕਾਫੀ ਡਰ ਗਏ। ਤੇ ਉਹਨਾਂ ਨੇ ਇੱਕ ਹੋਰ ਗੱਲ ਸਾਨੂੰ ਕਹੀ ਕਿ ਇੱਥੇ ਜਿਹੜਾ ਨਿਊਰੋਲੋਜਿਸਟ ਦਾ ਹੈਗਾ ਵਾ ਉਹ ਪਰਮਾਨੈਂਟ ਇਲਾਜ ਨਹੀਂ ਹੈਗਾ ਸਾਡੇ ਕੋਲ। ਸੋ ਮੇਰੇ ਇੱਕ ਹੋਰ ਬ੍ਰਦਰ ਇਨ ਲਾਅ ਨੇ, ਉਹਨਾਂ ਨੇ ਮੈਨੂੰ ਕੰਸਲਟ ਕੀਤਾ ਕਿ ਜਿਹੜੇ ਨਿਊਰੋਲੋਜਿਸਟ ਨੇ ਅੰਮ੍ਰਿਤਸਰ ਦੇ ਵਿੱਚ ਕਾਫੀ ਐਕਸਪਰਟ ਨੇ, ਤੁਸੀਂ ਉਹਨਾਂ ਨਾਲ ਕੰਸਲਟ ਕਰੋ। ਤੇ ਜਦੋਂ ਇਹਨਾਂ ਨੂੰ ਅੰਮ੍ਰਿਤਸਰ ਦੇ ਚੌਥੇ ਹਸਪੀਟਲ ਵਿੱਚ ਐਡਮਿਟ ਕਰਵਾਇਆ ਤਾਂ ਉੱਥੇ ਵੀ ਉਹਨਾਂ ਨੇ ਐਮਰਜੈਂਸੀ ਵਾਰਡ ਵਿੱਚ ਇਹਨਾਂ ਨੂੰ ਰੱਖਿਆ ਤੇ ਉੱਥੇ ਵੀ ਇਹਨਾਂ ਨੂੰ ਲਗਾਤਾਰ ਪੇਨ ਹੋ ਰਹੀ ਸੀ ਜੋ ਕਿ ਬਰਦਾਸ਼ਤ ਤੋਂ ਬਾਹਰ ਹੀ। ਤੇ ਇਹਨਾਂ ਦਾ ਬੀਪੀ ਵੀ ਜਿਹੜਾ ਸੀ ਉਹ ਨਾਰਮਲ ਨਹੀਂ ਸੀ ਹੋ ਰਿਹਾ ਤੇ ਇਹਦੀ ਵਜ੍ਹਾ ਦਾ ਕਰਕੇ ਉਹਨਾਂ ਨੇ ਫਿਰ ਇਹਨਾਂ ਨੂੰ ICU 'ਚ ਰੱਖਿਆ ਕਿਉਂਕਿ ਇਹਨਾਂ ਨੂੰ ਸਾਹ ਵੀ ਪ੍ਰੋਪਰ ਨਹੀਂ ਸੀ ਆ ਰਿਹਾ ਤੇ ਇਹਨਾਂ ਨੂੰ ਉੱਥੇ ਵੈਂਟੀਲੇਟਰ ਦੀ ਵੀ ਲੋੜ ਪਈ। ਤੇ ਜੋ ਇਹਨਾਂ ਨੂੰ ਆਰਟੀਫੀਸ਼ੀਅਲ ਸਾਹ ਦਿੱਤਾ ਜਾ ਰਿਹਾ ਸੀ ਵੈਂਟੀਲੇਟਰ ਦੇ ਰਾਹੀਂ, ਕਿਉਂਕਿ ਉਹ ਕਹਿ ਰਹੀ ਸੀ ਕਿ ਇਹਨਾਂ ਦੀ ਜਾਨ ਜਾਣ ਦਾ ਖਤਰਾ ਹੈ। ਜਾਨ ਦਾ ਖਤਰਾ ਇਸ ਕਰਕੇ ਇਹਨਾਂ ਨੂੰ ਸਰਜਰੀ ਦੀ ਲੋੜ ਆ। ਇਹਨਾਂ ਦੇ ਸਿਰ ਦੀ ਸਰਜਰੀ ਹੋਏਗੀ। ਇਹਨਾਂ ਦੇ ਸਿਰ ਦੇ ਵਿੱਚ ਜਿਹੜੇ ਆ ਉਹ ਹੈਵੀ ਬਲੀਡਿੰਗ ਦੀ ਵਜ੍ਹਾ ਦਾ ਕਰਕੇ ਜਿਹੜੀਆਂ ਕਲਿਪਸ ਨੇ ਜਾਂ ਛੱਲੇ ਟਾਈਪ ਹੈ ਕੁਛ, ਉਹ ਇਹਨਾਂ ਦੇ ਸਿਰ ਵਿੱਚ ਲੱਗਣਗੀਆਂ ਤੇ ਇਹਨਾਂ ਦੀ ਬਲੀਡਿੰਗ ਜਿਹੜੀ ਆ ਉਹ ਰੁਕੇਗੀ। ਤੇ ਸਰਜਰੀ ਦੀ ਜਿਹੜੀ ਆ ਸਾਡੇ ਕੋਲ ਕੋਈ ਫੈਸਿਲਿਟੀ ਨਹੀਂ ਹੈਗੀ, ਇਹ ਕਰਕੇ ਅਸੀਂ ਤੁਹਾਨੂੰ ਜਿਹੜਾ ਵਾ PGI ਚੰਡੀਗੜ੍ਹ ਦੇ ਵਿੱਚ ਰੈਫਰ ਕਰ ਰਹੇ ਹਾਂ। ਤੇ ਉੱਥੇ ਜਵਾਬ ਹੋਣ ਤੋਂ ਬਾਅਦ ਅਸੀਂ ਐਮਰਜੈਂਸੀ ਵਿੱਚ ਇੱਕ ਐਂਬੂਲੈਂਸ ਕਰਵਾਈ ਤੇ ਇਹਨਾਂ ਨੂੰ ਐਂਬੂਲੈਂਸ ਵਿੱਚ ਲਿਟਾ ਕੇ ਫਿਰ ਆਪਾਂ ਚੰਡੀਗੜ੍ਹ ਲੈ ਕੇ ਗਏ। ਸਭ ਤੋਂ ਪਹਿਲਾਂ ਜਾਣ ਤੋਂ ਪਹਿਲਾਂ ਇਹਨਾਂ ਨੂੰ ਐਮਰਜੈਂਸੀ ਵਾਰਡ ਵਿੱਚ ਲਿਆ ਗਿਆ ਤੇ ਡਾਕਟਰਸ ਨੇ ਫਿਰ ਉੱਥੇ ਸਾਨੂੰ CT ਹੈਡ ਵਾਸਤੇ ਤੇ ਇਹਨਾਂ ਦੀ ਚੈਸਟ ਜਿਹੜੀ ਸਕਰੀਨਿੰਗ ਵਾਸਤੇ ਕਿਹਾ ਸਾਨੂੰ ਤੇ ਨਾਲ ਇਹਨਾਂ ਦਾ ECG ਕਰਵਾਉਣ ਵਾਸਤੇ ਕਿਹਾ। ਜਦੋਂ ਉਹਨਾਂ ਨੇ ਸਾਰੇ ਟੈਸਟ ਕਰ ਚੁੱਕੇ, ਉਹਨਾਂ ਨੂੰ ਐਨਾਲਾਈਜ਼ ਕੀਤਾ ਤਾਂ ਉਹਨਾਂ ਨੇ ਸਾਨੂੰ ਆਪਰੇਸ਼ਨ ਦਾ ਕਿਹਾ ਕਿ ਇਹਨਾਂ ਦਾ ਆਪਰੇਸ਼ਨ ਹੋਵੇਗਾ। ਇਹ ਸੁਣਨ ਤੋਂ ਬਾਅਦ ਅਸੀਂ ਕਾਫੀ ਘਬਰਾ ਗਏ ਕਿ ਆਪਰੇਸ਼ਨ ਤੋਂ ਬਾਅਦ ਤੇ ਪਿੱਛੇ ਡਾਕਟਰਾਂ ਨੇ ਵੀ ਕਿਹਾ ਹੈ ਕਿ 50-50 ਚਾਂਸ ਹੈਗੇ ਆ। ਤੇ ਅਸੀਂ ਉਹ ਖਬਰ ਸੁਣਨ ਤੋਂ ਬਾਅਦ ਮੈਂ ਤੇ ਮੇਰੇ ਮਦਰ ਤੇ ਜਿਹੜੇ ਸਾਡੇ ਨਾਲ ਦੇ ਸੀ ਹੋਰ, ਅਸੀਂ ਕਾਫੀ ਘਬਰਾ ਗਏ। ਇਹਨਾਂ 3-4 ਹਸਪਤਾਲਾਂ ਵਿੱਚ ਘੁੰਮ ਫਿਰ ਕੇ ਸਾਡਾ ਮਤਲਬ ਤਕਰੀਬਨ ਮੇਰੇ ਫਾਦਰ ਸਾਹਿਬ ਤੇ ਲੱਖ ਤੋਂ 1.5 ਲੱਖ ਦਾ ਖਰਚਾ ਆ ਚੁੱਕਾ ਸੀ। ਬ੍ਰੇਨ ਹੈਮਰੇਜ ਦੀ ਵਜ੍ਹਾ ਦਾ ਕਰਕੇ ਇਹਨਾਂ ਦੇ ਦਿਮਾਗ ਤੇ ਵੀ ਕਾਫੀ ਡੂੰਘਾ ਅਸਰ ਪਿਆ
ਜਿਹਦਾ ਕਰਕੇ ਇਹ ਕਿਸੇ ਨੂੰ ਵੀ ਪਛਾਣਦੇ ਨਹੀਂ ਸੀ। ਜਦੋਂ ਮੇਰੇ ਫਾਦਰ ਹਸਪੀਟਲ ਦੇ ਵਿੱਚ ਐਡਮਿਟ ਸੀ, ਅਨਕੌਂਸ਼ੀਅਸ ਪਏ ਹੋਏ ਸੀ, ਉਸ ਦੌਰਾਨ ਵੀ ਮੇਰਾ ਤੇ ਮੇਰੇ ਪਰਿਵਾਰ ਦਾ ਜਿਹੜਾ ਫੇਥ ਸੀ ਉਹ ਪਰਮੇਸ਼ਰ ਤੇ ਸੀ, ਕਿਉਂਕਿ ਅਸੀਂ 2016 ਤੋਂ ਅੰਕੁਰ ਨਰੂਲਾ ਮਿਨਿਸਟਰੀ ਦੇ ਨਾਲ ਜੁੜੇ ਹੋਏ ਹਾਂ ਤੇ ਅਸੀਂ ਕਾਫੀ ਮੌਜੇ ਪਰਮੇਸ਼ਰ ਦੇ ਵੇਖੇ। ਵੀਲ ਚੇਅਰ ਤੋਂ ਜਿਹੜੇ ਲੰਗੜੇ ਆ ਉਹ ਚੱਲਦੇ ਵੇਖੇ ਆ ਤੇ ਕਾਫੀ ਰੋਗੀ ਜਿਹੜੇ ਉਹ ਸ਼ਿਫਾ ਪਾਉਂਦੇ ਵੇਖੇ ਆ। ਸੋ ਸਾਨੂੰ ਯਕੀਨ ਸੀ, ਪੂਰਾ ਵਿਸ਼ਵਾਸ ਸੀ ਕਿ ਪਰਮੇਸ਼ਰ ਮੇਰੇ ਫਾਦਰ ਨੂੰ ਵੀ ਜਿਹੜਾ ਉਠਾ ਖੜਾ ਕਰੇਗਾ, ਗਵਾਹੀ ਦੇ ਲਈ ਸਾਨੂੰ ਖੜਿਆ ਕਰੇਗਾ। ਤੇ 11 ਮਾਰਚ 2022 ਨੂੰ ਜਦੋਂ ਮੇਰੇ ਫਾਦਰ ਸਾਹਿਬ PGI ਦੇ ਵਿੱਚ ਐਡਮਿਟ ਸੀ ਤੇ ਮੈਂ ਉਹਨਾਂ ਦੇ ਕੋਲ ਸੀ ਤੇ ਪ੍ਰੇਅਰ ਮਾਊਂਟੇਨ ਜੋ ਕਿ ਅਪੋਸਟਲ ਅੰਕੁਰ ਨਰੂਲਾ ਜੀ ਦੁਆਰਾ 8 ਤੋਂ 9 ਦੇ ਵਿੱਚ 1 ਘੰਟਾ ਕੀਤੀ ਜਾਂਦੀ ਹੈ, ਉਸ ਪ੍ਰੇਅਰ ਦੇ ਦੌਰਾਨ ਅਪੋਸਟਲ ਜੀ ਨੇ ਬ੍ਰੇਨ ਦੇ ਰੋਗੀਆਂ ਨੂੰ ਹੀਲ ਹੋਣ ਦੇ ਲਈ ਕਿਹਾ ਕਿ ਬ੍ਰੇਨ ਦੇ ਰੋਗੀ ਹੀਲ ਹੋਣ ਦੇ ਲਈ ਜਾ ਰਹੇ ਆ। मैं देख रहा हूं ब्रेन के रोगों को और मैं देख रहा हूं उसकी हीलिंग को होते हुए। बी हील्ड इन जीसस नेम, बी हील्ड, बी हील्ड, बी हील्ड इन जीसस नेम। चंगे हो जाओ और आजाद हो जाओ। ਤੇ ਉਹਨਾਂ ਵਰਡਸ ਨੂੰ ਮੈਂ ਆਪਣੇ ਪਿਤਾ ਦੇ ਲਈ ਪੂਰੇ ਵਿਸ਼ਵਾਸ ਦੇ ਨਾਲ ਰਿਸੀਵ ਕੀਤਾ। ਉਸ ਪ੍ਰੇਅਰ ਨੂੰ ਰਿਸੀਵ ਕਰਨ ਤੋਂ ਅਗਲੇ ਦਿਨ ਬਾਅਦ ਹੀ ਮਤਲਬ ਮੇਰੇ ਫਾਦਰ ਸਾਹਿਬ ਦੀ ਜੋ ਸਿਹਤ ਹੈ ਉਹਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ, ਇਹਨਾਂ ਦੀ ਰਿਕਵਰੀ ਸ਼ੁਰੂ ਹੋ ਗਈ। ਤੇ ਇਹ ਜੋ ਲਗਾਤਾਰ 5 ਜਾਂ 6 ਦਿਨ ਤੋਂ ਖਾ ਨਹੀਂ ਰਹੇ ਸੀ ਚੰਗੀ ਤਰ੍ਹਾਂ, ਨਾ ਪੀ ਰਹੇ ਸੀ ਪਾਣੀ ਵਗੈਰਾ ਵੀ, ਤੇ ਇਹਨਾਂ ਨੇ ਖਾਣਾ ਪੀਣਾ ਸ਼ੁਰੂ ਕਰ ਦਿੱਤਾ ਅਗਲੇ ਦਿਨ ਹੀ। ਮਤਲਬ ਜਦੋਂ ਡਾਕਟਰਾਂ ਨੇ ਦੇਖਿਆ ਕਿ ਇਹ ਖਾ ਵੀ ਰਹੇ ਨੇ, ਪੀ ਵੀ ਰਹੇ ਨੇ, ਅੱਛੇ ਤਰੀਕੇ ਨਾਲ ਰਿਐਕਟ ਵੀ ਕਰ ਰਹੇ ਨੇ, ਰਿਸਪੌਂਸ ਕਰ ਰਹੇ ਨੇ ਹਰ ਇੱਕ ਗੱਲ ਦਾ, ਕਿਉਂਕਿ ਡਾਕਟਰ ਇਹਨਾਂ ਕੋਲ ਆਉਂਦੇ ਸੀ ਚੈਕਿੰਗ ਦੇ ਵਾਸਤੇ, ਉਹਨਾਂ ਨੇ ਰਿਸਪੌਂਸ ਕਰਨ ਲਈ ਕਹਿੰਦੇ ਸੀ, ਅਗਰ ਹੱਥ ਖੜਾ ਕਰ ਲਈ ਜਾਂ ਲੱਤ ਖੜੀ ਕਰਨ ਵਾਸਤੇ ਕਹਿੰਦੇ ਸੀ ਤੇ ਉਹਦਾ ਪੂਰਾ ਰਿਸਪੌਂਸ ਕਰਦੇ ਸੀ ਉਸ ਪ੍ਰੇਅਰ ਨੂੰ ਸੁਣਨ ਤੋਂ ਬਾਅਦ। ਤੇ ਡਾਕਟਰ ਹੈਰਾਨ ਸੀ ਔਰ ਉਹਨਾਂ ਦੇ ਆਪਣੇ ਮੂੰਹ ਦੇ ਵਰਡ ਸੀ ਕਿ ਇਹ ਕਿਵੇਂ ਹੋ ਸਕਦਾ ਵਾ, ਇੱਕ ਬ੍ਰੇਨ ਹੈਮਰੇਜ ਦਾ ਵਿਅਕਤੀ ਕਿਵੇਂ ਰਿਸਪੌਂਸ ਕਰ ਸਕਦਾ ਵਾ, ਉਹਨੂੰ ਜਾਂ ਤੇ ਉਹ ਕੋਮਾ 'ਚ ਜਾ ਸਕਦਾ ਸੀ ਜਾਂ ਉਹਦੀ ਸੁੱਧ ਬੁੱਧ ਜਾ ਸਕਦੀ ਸੀ, ਉਹਨੂੰ ਪੈਰਾਲਾਈਜ਼ ਦਾ ਅਟੈਕ ਵੀ ਹੋ ਸਕਦਾ ਸੀ। ਤੇ ਡਾਕਟਰ ਦੇ ਆਪਣੇ ਮੂੰਹ ਦੇ ਵਰਡ ਸੀ ਕਿ ਇਹਨਾਂ ਨੂੰ ਕੋਈ ਵੀ ਬ੍ਰੇਨ ਹੈਮਰੇਜ ਦੀ ਸ਼ਿਕਾਇਤ ਨਹੀਂ ਹੈਗੀ, ਮਤਲਬ ਬਿਲਕੁਲ ਨਾਰਮਲ ਨੇ, ਨਾਰਮਲ ਰਿਸਪੌਂਸ ਕਰ ਰਹੇ ਨੇ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਜਿਹੜੇ ਪੇਸ਼ੈਂਟ ਨੂੰ ਤੁਸੀਂ ਘਰ ਲੈ ਜਾ ਸਕਦੇ ਹੋ, ਇਹਨਾਂ ਦਾ ਜਿਹੜਾ ਆਪਰੇਸ਼ਨ ਨਹੀਂ ਹੋਏਗਾ। ਜਦੋਂ ਡਾਕਟਰ ਸਾਹਿਬ ਨੇ ਸਾਨੂੰ ਡਿਸਚਾਰਜ ਦੇ ਦਿੱਤਾ ਤੇ ਅਸੀਂ ਫਾਦਰ ਸਾਹਿਬ ਨੂੰ ਘਰੇ ਲੈ ਕੇ ਆਏ। ਘਰੇ ਲੈ ਕੇ ਆਉਣ ਤੋਂ ਬਾਅਦ ਸਾਡਾ ਆਂਢ ਗੁਆਂਢ ਔਰ ਸਾਡਾ ਪੂਰਾ ਮੁਹੱਲਾ ਹੈਰਾਨ ਸੀ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਬ੍ਰੇਨ ਹੈਮਰੇਜ ਹੋਣ ਤੋਂ ਬਾਅਦ ਇਹਨਾਂ ਨੂੰ ਛੁੱਟੀ ਮਿਲ ਗਈ ਆ, ਇਹ ਕਿਵੇਂ ਹੋ ਸਕਦਾ ਵਾ। ਸੋ ਪਰਮੇਸ਼ਰ ਨੇ ਮੇਰੇ ਪਾਪਾ ਨੂੰ ਔਰ ਸਾਨੂੰ ਪੂਰੇ ਪਰਿਵਾਰ ਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕੀਤਾ ਔਰ ਇਹਨਾਂ ਦੇ ਦੁਆਰਾ ਹੀ ਅਸੀਂ ਪਰਮੇਸ਼ਰ ਦੀ ਮਹਿਮਾ ਉਹਨਾਂ ਲੋਕਾਂ ਵਿੱਚ ਵੀ ਕਰ ਸਕੇ ਔਰ ਉਹਦਾ ਗੁਣਗਾਨ ਔਰ ਉਹਦੀ ਜਿਹੜੀ ਗਵਾਹੀ ਸੀ ਉਹ ਲੋਕਾਂ ਤੱਕ ਪਹੁੰਚਾ ਸਕੇ। ਸੋ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਪਰਮੇਸ਼ਰ ਵਿੱਚ ਅੜੇ ਔਰ ਖੜੇ ਰਹੋ। ਪਰਮੇਸ਼ਰ ਸਭ ਕੁਝ ਕਰ ਸਕਦਾ ਹੈ, ਉਸ ਦੇ ਸਾਹਮਣੇ ਕੋਈ ਵੀ ਬਿਮਾਰੀ ਜਿਹੜੀ ਹੈ ਕੋਈ ਵੱਡੀ ਨਹੀਂ ਹੈ, ਉਹ ਹਰ ਇੱਕ ਬਿਮਾਰੀ ਨੂੰ ਹੀਲ ਕਰ ਸਕਦਾ ਹੈ। उस स्प्रे तो बाद मैं हुण बिल्कुल ठीक ठाक वां। मैनू 3 महीने तो कोई ब्रेन हैमरेज नहीं गया, मैं बिल्कुल ठीक ठाक वां, मेरे कोई सिर दर्द नहीं गई, मैनू हुण सारा कुछ याद रहिंदा वा, मैनू हुण शुद्ध बुद्ध वा, मैं हुण अपने परिवार च बहुत ठीक ठाक वां। सो मैं अपने फादर की इस वड्डी चंगियाई के लिए परमेश्वर का धन्नवाद करता हाँ और परमेश्वर के दास अपोस्टल अंकुर नरूला जी का भी धन्नवाद करता हाँ। सारे जय मसीह दी। जैसे कि बाइबल में लिखा है, और मेरा परमेश्वर भी अपने उस धन के अनुसार जो महिमा सहित मसीह यीशु में है तुम्हारी हर एक घटी को पूरा करेगा और तुम्हें हर एक रोग से चंगा करेगा। यह वचन इस भाई के जीवन में पूरा हुआ, तो आइए सुनते हैं इनकी गवाही को। सारिਆਂ ਨੂੰ ਜੈ ਮਸੀਹ ਦੀ ਜੀ। ਮੈਂ ਬਿੱਲੂ, ਮੇਰਾ ਨਾਮ ਬਿੱਲੂ ਹੈ। ਇਹ ਮੇਰੇ ਵਾਈਫ ਰੂਪੀ। ਅਸੀਂ ਜਲੰਧਰ ਸ਼ਹਿਰ ਸੁਭਾਨੇ ਤੋਂ ਰਹਿਣ ਵਾਲੇ ਹਾਂ। ਅੱਜ ਮੈਂ ਆਪਣੇ ਜੀਵਨ ਦੀ ਬਹੁਤ ਬਿਗ ਟੈਸਟਮਨੀ ਸ਼ੇਅਰ ਕਰਨ ਜਾ ਰਿਹਾ। ਮੇਰੀ ਗਵਾਹੀ ਕੁਛ ਇਸ ਤਰ੍ਹਾਂ ਹੈ ਜੀ ਕਿ ਮੈਂ ਇੱਕ ਪ੍ਰੋਫੈਸ਼ਨਲੀ ਬਾਡੀ ਬਿਲਡਰ ਸਪੋਰਟਸਮੈਨ ਹਾਂ ਜੀ। ਤੇ 31 ਦਸੰਬਰ 2017 ਵਿੱਚ ਮੇਰਾ ਡਿਸਟ੍ਰਿਕਟ ਲੈਵਲ ਤੇ ਔਰ ਪੰਜਾਬ ਲੈਵਲ ਦੇ ਕੰਪੀਟੀਸ਼ਨ ਸੀਗਾ ਕੋਟਕਪੂਰੇ ਸ਼ਹਿਰ ਵਿੱਚ।
ਤੇ ਉਹ ਖੇਡ ਕੇ ਅਸੀਂ ਆਏ ਔਰ ਨੈਕਸਟ ਡੇ ਅਸੀਂ ਦੁਬਾਰਾ ਜਿਮ 'ਚ ਆਪਣੀ ਐਕਸਰਸਾਈਜ਼ ਪੂਰੀ ਕਰਨ ਵਾਸਤੇ ਗਏ। ਤੇ ਜਦੋਂ ਅਸੀਂ ਸਕੈਟ ਵਗੈਰਾ ਕਰ ਰਹੇ ਸੀਗੇ ਤੇ ਸਕੈਟ ਸੀ ਕੋਈ 160 kg ਦੇ ਕਰੀਬ ਹੋਏਗੀ ਤੇ ਲਗਾ ਰਹੇ ਸੀਗੇ ਤੇ ਲਗਾਉਂਦੇ ਲਗਾਉਂਦੇ ਝਟਕਾ ਜਿੱਦਾਂ ਲੱਗਾ ਹੋਇਆ ਫੀਲ ਹੋਇਆ ਕਮਰ ਤੇ ਰੀੜ੍ਹ ਦੀ ਹੱਡੀ ਤੇ ਜਿੱਦਾਂ ਆਵਾਜ਼ ਆਈ ਥੋੜੀ ਜਿਹੀ ਜਿੱਦਾਂ ਪਟਾਕਾ ਵੱਜਦਾ ਹੁੰਦਾ ਤੇ ਮੈਨੂੰ ਲੱਗ ਗਿਆ ਪਤਾ ਵੀ ਕੁਛ ਨਾ ਕੁਛ ਤੇ ਗੜਬੜ ਹੋ ਗਈ ਹੈ, ਦਰਦ ਹੋਈ ਹੈ, ਪੇਨ ਹੋਈ ਹੈ। ਤੇ ਮੈਂ ਜ਼ਿਆਦਾ ਸੀਰੀਅਸ ਨਹੀਂ ਲਿਆ ਤੇ ਮੈਂ ਆਪਣੀ ਐਕਸਰਸਾਈਜ਼ ਖਤਮ ਕੀਤੀ ਕਿਸੇ ਤਰ੍ਹਾਂ ਬਾਅਦ 'ਚ ਤੇ ਆਪਣੇ ਮੈਂ ਘਰੇ ਆ ਗਿਆ। ਜਦੋਂ ਮੈਂ ਦੂਸਰੇ ਦਿਨ ਸਵੇਰੇ ਮਾਰਨਿੰਗ 'ਚ ਉੱਠ ਕੇ ਕੋਸ਼ਿਸ਼ ਕੀਤੀ ਉੱਠ ਕੇ ਵਾਰਮਿੰਗ ਅਪ ਹੋਣ ਦੀ ਤੇ ਮੈਨੂੰ ਸਪੋਰਟ ਨਹੀਂ ਕਰ ਰਹੀ ਸੀ ਮੇਰੀ ਨਾ ਰੀੜ੍ਹ ਦੀ ਹੱਡੀ, ਮੇਰੇ ਪੂਰੇ ਲੈਗਸ ਵਿੱਚ ਦਰਦ ਜਾ ਰਹੀ ਸੀ, ਗਿਲਟੀਆਂ ਬਣ ਗਈਆਂ ਸੀਗੀਆਂ ਪੇਨ ਹੋ ਕੇ ਬਹੁਤ ਜ਼ਿਆਦਾ ਤੇ ਮੈਂ ਬਹੁਤ ਜ਼ਿਆਦਾ ਦਰਦ ਵਿੱਚ ਸੀਗਾ। ਤੇ ਫਿਰ ਮੈਂ ਸੋਚਿਆ ਵੀ ਹੁਣ ਜਾ ਕੇ ਡਾਕਟਰ ਕੋਲ ਚੈੱਕ ਕਰਵਾਉਂਦੇ ਆ ਤੇ ਇੱਥੇ ਹੱਡੀਆਂ ਦਾ ਡਾਕਟਰ ਹੈ ਜਲੰਧਰ, ਬਹੁਤ ਵੱਡਾ ਡਾਕਟਰ ਹੈ। ਉਹਨੂੰ ਜਾ ਕੇ ਮੈਂ ਚੈੱਕ ਕਰਵਾਇਆ ਤੇ ਉਹ ਮੈਨੂੰ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਗੜਬੜ ਹੋ ਗਈ ਹੈ ਤੁਹਾਡੀ ਰੀੜ੍ਹ ਦੀ ਹੱਡੀ 'ਚ ਕੋਈ ਗੜਬੜ ਹੈ ਹੋ ਗਈ ਹੈ ਤੇ ਇਹ ਸਾਨੂੰ ਕਨਫਰਮ ਹੋਏਗਾ ਵੀ MRI ਰਿਪੋਰਟ ਕਰਵਾ ਕੇ ਆਓ, ਆਪਣੀ ਐਕਸਰੇ ਵੀ ਕਰਵਾਓ ਤੇ MRI ਰਿਪੋਰਟ ਵੀ ਕਰਵਾਓ। ਤੇ ਉਹ ਫਿਰ ਮੈਂ ਜਦੋਂ ਕਰਵਾਉਣ ਵਾਸਤੇ ਜਲੰਧਰ ਦੇ ਬਹੁਤ ਵੱਡਾ ਇੱਥੇ MRI ਜਿੱਥੇ ਹੁੰਦੀ ਹੈ ਸੈਂਟਰ ਹੈ ਉੱਥੇ ਕਰਵਾਉਣ ਵਾਸਤੇ ਗਿਆ ਤੇ ਜਦੋਂ ਮੇਰੀ MRI ਰਿਪੋਰਟ ਆ ਗਈ ਜੀ ਉਹਨਾਂ ਨੇ ਕਰ ਦਿੱਤੀ ਤੇ ਮੈਂ ਦੁਬਾਰਾ ਜਿਸ ਡਾਕਟਰ ਨੇ ਮੈਨੂੰ MRI ਕਰਵਾਉਣ ਵਾਸਤੇ ਭੇਜਿਆ ਸੀਗਾ ਕਰਵਾ ਕੇ ਲੈ ਕੇ ਆਇਆ ਉਹਨਾਂ ਕੋਲ ਦੁਬਾਰਾ ਚੈੱਕ ਕਰਵਾਉਣ ਵਾਸਤੇ ਲੈ ਕੇ ਗਿਆ ਤੇ ਉਹਨਾਂ ਨੂੰ ਮੈਂ ਜਦੋਂ ਦਿਖਾਈ ਤੇ ਉਹਨਾਂ ਨੇ ਫਿਰ ਦੇਖ ਕੇ ਇੱਧਰ ਰਿਪੋਰਟ ਵਿੱਚ ਆ ਹੀ ਗਿਆ ਕਿ ਤੁਹਾਡਾ L4 ਔਰ L5 ਜਿਹੜਾ ਮਣਕਾ ਹੈ ਉਹ ਮਤਲਬ ਦੱਬ ਗਿਆ ਹੈ ਤੇ ਲੈਗ ਪੂਰੀ ਮੇਰੀ ਸੁੰਨ ਸੀਗੀ, ਦਰਦ ਬਹੁਤ ਜ਼ਿਆਦਾ ਹੋ ਰਹੀ ਸੀ, ਮਤਲਬ ਸਹਿਣ ਸ਼ਕਤੀ ਤੋਂ ਬਾਹਰ ਸੀ। ਤੇ ਫਿਰ ਮੈਂ ਉਹਨਾਂ ਨੂੰ ਸਗੋਂ ਮੈਨੂੰ ਫਿਰ ਵੀ ਥੋੜ੍ਹਾ ਜਿਹਾ ਆਪਣੀ ਗੇਮ ਦਾ ਸੀਗਾ ਕਿਉਂਕਿ ਸਪੋਰਟਸਮੈਨ ਰਹਿੰਦਾ ਹੀ ਹੈ ਜਦੋਂ ਖਾਸ ਕਰ ਸਾਡੇ ਕੰਪੀਟੀਸ਼ਨ ਚੱਲ ਰਹੇ ਸੀਗੇ ਤੇ ਮੈਂ ਡਾਕਟਰ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਡਾਕਟਰ ਸਾਹਿਬ ਮੈਂ ਦੁਬਾਰਾ ਕਰ ਪਾਵਾਂਗਾ ਜਾਂ ਨਹੀਂ ਕਰ ਪਾਵਾਂਗਾ, ਮਤਲਬ ਜਿਮ ਵੀ ਜਾਵਾਂਗਾ ਕਿਉਂਕਿ ਮੇਰੇ ਕੰਪੀਟੀਸ਼ਨ ਚੱਲ ਰਿਹਾ ਹੈ। ਤੇ ਉਹਦੇ ਬਾਰੇ ਕੁਛ ਨਹੀਂ ਸੀ ਦੱਸਦੇ, ਬਸ ਕਹਿੰਦੇ ਹੁਣ ਇਹਦਾ ਆਪਰੇਸ਼ਨ ਹੀ ਇਲਾਜ ਹੈ, ਆਪਰੇਟ ਕਰਵਾਉਣਾ ਪੈਣਾ ਹੈ। ਤੇ ਮੇਰੇ ਕੋਲ ਖੜਿਆ ਵੀ ਨਹੀਂ ਜਾ ਰਿਹਾ ਸੀ, ਜੋ ਮੇਰੀ ਰੀੜ੍ਹ ਦੀ ਹੱਡੀ ਦੀ ਪ੍ਰੋਬਲਮ ਸੀ ਉਹਦੇ ਨਾਲ ਮੇਰੇ ਕੋਲ ਖੜਿਆ ਨਹੀਂ ਸੀ ਜਾਂਦਾ। ਤੇ ਫਿਰ ਮੈਂ ਸੋਚਿਆ ਵੀ ਹੁਣ ਮੈਂ ਘਰ ਕਿੱਦਾਂ ਜਾਵਾਂ, ਮੋਟਰਸਾਈਕਲ ਤੇ ਚੱਲਣਾ ਨਹੀਂ ਸੀਗਾ। ਫਿਰ ਮੈਂ ਘਰ ਫੋਨ ਕੀਤਾ, ਮੈਂ ਕਿਹਾ ਮੈਨੂੰ ਆ ਕੇ ਲੈ ਕੇ ਜਾਓ। ਜਦੋਂ ਇਹਨਾਂ ਦਾ ਮੈਨੂੰ ਫੋਨ ਆਇਆ ਕਿ ਮੇਰੇ ਪੇਨ ਬਹੁਤ ਜ਼ਿਆਦਾ ਹੋ ਰਹੀ ਹੈ ਤੇ ਮੈਂ ਬਾਈਕ ਤੇ ਵਾਪਸ ਨਹੀਂ ਆ ਸਕੂੰਗਾ ਘਰ, ਫਿਰ ਅਸੀਂ ਗੱਡੀ ਲੈ ਕੇ ਗਏ ਤੇ ਉੱਥੇ ਜਾ ਕੇ ਫਿਰ ਇਹਨਾਂ ਦੀ ਹਾਲਤ ਦੇਖ ਕੇ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਕਿ ਹੁਣ ਅਸੀਂ ਕੀ ਕਰੀਏ। ਮਤਲਬ ਅਸੀਂ ਸੋਚਿਆ ਨਹੀਂ ਸੀ ਵੀ ਇੰਨਾ ਜ਼ਿਆਦਾ ਹੋ ਜਾਊਗਾ ਕੁਛ ਇਹਨਾਂ ਨੂੰ। ਫਿਰ ਅਸੀਂ ਗੱਡੀ 'ਚ ਇਹਨਾਂ ਨੂੰ ਘਰ ਵਾਪਸ ਲੈ ਕੇ ਆਏ। ਜਦੋਂ ਫਿਰ ਅਸੀਂ ਇਹਨਾਂ ਨੂੰ ਵਾਪਸ ਘਰ ਲੈ ਕੇ ਆਏ ਤੇ ਇਹਨਾਂ ਦੇ ਬਹੁਤ ਜ਼ਿਆਦਾ ਦਰਦ ਸੀ, ਮਤਲਬ ਦੇਖਿਆ ਨਹੀਂ ਜਾ ਰਿਹਾ ਸੀਗਾ। ਮਤਲਬ ਅਸੀਂ ਸਮਝ ਹੀ ਨਹੀਂ ਪਾ ਰਹੇ ਸੀ ਕਿ ਅਸੀਂ ਹੁਣ ਕੀ ਕਰੀਏ ਕਿਉਂਕਿ ਡਾਕਟਰ ਨੇ ਆਪਰੇਸ਼ਨ ਦੱਸਦਾ ਸੀਗਾ। ਉਸ ਰਾਤ ਇਹਨਾਂ ਦੇ ਇੰਜੈਕਸ਼ਨ ਵੀ ਲਗਵਾਇਆ ਦਰਦ ਦਾ, ਪਰ ਉਹਦਾ ਕੋਈ ਅਸਰ ਨਹੀਂ ਸੀ। 1-2 ਘੰਟੇ ਅਸਰ ਹੋ ਰਿਹਾ ਸੀ ਪਰ ਫਿਰ ਇਹਨਾਂ ਦੀ ਪੇਨ ਪਹਿਲੋਂ ਤੋਂ ਵੀ ਜ਼ਿਆਦਾ ਵਧੀ ਜਾ ਰਹੀ ਸੀ। ਅਗਲੇ ਦਿਨ ਜਦੋਂ ਸਵੇਰ ਹੋਈ ਫਿਰ ਅਸੀਂ ਹੋਰ ਕਿਸੇ ਹਸਪੀਟਲ ਲੈ ਗਏ ਤੇ ਜਦੋਂ ਉੱਥੇ ਲੈ ਕੇ ਗਏ ਤੇ ਉਹਨਾਂ ਨੇ ਵੀ ਇਹੀ ਦੱਸਿਆ ਕਿ ਆਪਰੇਟ ਤੋਂ ਇਲਾਵਾ ਕੋਈ ਇਲਾਜ ਨਹੀਂ ਹੈਗਾ। ਅੱਜ ਤੁਹਾਡੀ ਲੈਫਟ ਸਾਈਡ ਰੁਕੀ ਹੈ ਤੇ ਤੁਹਾਡੀ ਦੂਸਰੀ ਵੀ ਹੋ ਸਕਦੀ ਹੈ, ਦੂਸਰੀ ਲੈਗ ਵੀ ਹੋ ਸਕਦੀ ਹੈ, ਤੁਹਾਡਾ ਬਾਥਰੂਮ ਰੁਕ ਸਕਦਾ ਹੈ, ਨਾੜੀ ਲੱਗ ਸਕਦੀ ਹੈ ਤੇ ਬਹੁਤ ਕੁਝ ਹੋ ਸਕਦਾ ਹੈ। ਬਟ ਤੁਸੀਂ ਕੋਸ਼ਿਸ਼ ਕਰੋ ਕਿ 1 ਅੱਧੇ ਦਿਨ 'ਚ ਹੀ ਐਡਮਿਟ ਹੋ ਕੇ ਆਪਣਾ ਪੈਕੇਜ ਲੈ ਲਓ ਤੇ ਆਪਰੇਟ ਕਰਵਾ ਲਓ, ਅਦਰਵਾਈਜ਼ ਇਹਦਾ ਕੋਈ ਇਲਾਜ ਨਹੀਂ ਹੈਗਾ। ਮੈਂ ਕਿਹਾ ਜੀ ਮੈਂ ਹਲੇ ਆਪਰੇਟ ਨਹੀਂ ਕਰਵਾਉਣਾ ਹੈਗਾ ਤੇ ਮੈਂ ਅਜੇ ਮਤਲਬ ਵੇਟ ਕਰਾਂਗਾ। ਫਿਰ ਮੈਂ ਫਗਵਾੜੇ ਇੱਕ ਡਾਕਟਰ ਬਹੁਤ ਮਤਲਬ ਵੱਡਾ ਡਾਕਟਰ ਹੈ ਹੱਡੀਆਂ ਦਾ, ਉਹਨਾਂ ਕੋਲ ਗਿਆ। ਉਹਨਾਂ ਨੇ ਵੀ ਮੈਨੂੰ ਇਹੀ ਹਾਲ ਦੱਸਿਆ, ਕਹਿੰਦੇ ਵੀ ਤੁਸੀਂ ਅਗਰ ਜ਼ਿਆਦਾ ਦੇਰ ਲਓਗੇ ਨਾ ਆਪਰੇਸ਼ਨ ਕਰਵਾਉਣ ਵਾਸਤੇ ਤਾਂ ਤੁਹਾਡੀਆਂ ਜਿਹੜੀਆਂ ਹੱਡੀਆਂ ਦਾ ਵਿੱਚੋਂ ਜਿਹੜਾ ਲਿਕੁਇਡ ਜਿਹੜਾ ਰੀੜ੍ਹ ਦੀ ਹੱਡੀ 'ਚੋਂ ਨਿਕਲ ਕੇ ਲੀਕ ਕਰ ਗਿਆ ਨਾ, ਤੁਹਾਡੀਆਂ ਨਸਾਂ ਦਬਾ ਲਈਆਂ ਜਿਹਨੇ, ਉਹ ਫਿਰ ਟਾਈਟ ਹੋਈ ਜਾਣਾ, ਮਤਲਬ ਹਾਰਡ ਹੋਈ ਜਾਣਾ, ਹਾਰਡ ਹੋ ਕੇ ਤੁਹਾਡੀਆਂ ਨਸਾਂ ਨੂੰ ਕੱਟ ਪਾ ਦੇਗਾ। ਤੇ ਇਸ ਕਰਕੇ ਤੁਸੀਂ ਜਲਦੀ ਕਰੋ, ਜਿੰਨੀ ਜਲਦੀ ਹੋ ਸਕਦਾ ਆਪਰੇਸ਼ਨ ਜਲਦੀ ਕਰਵਾ ਲਓ। ਮੈਨੂੰ ਵੀ ਪਤਾ ਸੀਗਾ ਵੀ ਇੱਕ ਵਾਰੀ ਮੇਰੀ ਰੀੜ੍ਹ ਦੀ ਹੱਡੀ ਖੁੱਲ ਗਈ ਤੇ ਫਿਰ ਤਾਂ ਮੇਰੀ ਨੋਰਮਲ ਲਾਈਫ ਵੀ ਖਤਮ ਹੋ ਜਾਣੀ ਹੈ। ਨੋਰਮਲ ਲਾਈਫ 'ਚ ਵੀ ਮੈਂ ਸ਼ਿਕੰਜੇ ਨਾਲ ਹੀ ਚੱਲਾਂਗਾ, ਅਦਰਵਾਈਜ਼ ਮੈਨੂੰ ਤਾਂ ਇਹ ਟੈਨਸ਼ਨ ਪੈ ਗਈ ਸੀ ਕਿ ਮੇਰੀ ਫੈਮਿਲੀ ਕੌਣ ਪਾਲੂਗਾ, ਕਿਉਂਕਿ ਮੈਂ ਘਰ ਵਿੱਚੋਂ ਇਕੱਲਾ ਕਮਾਊ ਮੈਂ ਹੀ ਹਾਂ ਜੀ। ਮੇਰੇ ਸਿਰ ਤੇ ਪੂਰੀ ਫੈਮਿਲੀ ਚੱਲਦੀ ਹੈ, ਮੇਰੇ 3 ਬੱਚੇ ਹੈ, ਮੇਰੀ ਵਾਈਫ ਹੈ, ਮੇਰੀ ਮਦਰ ਹੈ, ਫਾਦਰ ਮੇਰੇ ਐਕਸਪਾਇਰਡ ਹੋ ਗਿਆ 96 ਵਿੱਚ। ਤੇ ਘਰ ਦਾ ਸੋਰਸ ਸਾਰੇ ਬੰਦ ਹੋ ਗਿਆ, ਕਮਾਈ ਦੇ ਸਾਧਨ ਸਾਰੇ ਬੰਦ ਹੋ ਗਏ ਵੀ ਕਿੱਥੋਂ ਆਉਣਾ। ਮੈਂ ਬੈੱਡ ਤੇ ਚਲਾ ਗਿਆ, ਮੈਂ ਸੋਚਦਾ ਸੀ 1 ਮਹੀਨਾ ਕੋਈ ਹੈਲਪ ਕਰ ਜਾਏਗਾ, ਕੋਈ ਰਿਸ਼ਤੇਦਾਰ ਆ ਕੇ 2 ਮਹੀਨੇ ਕਰ ਜਾਏਗਾ, ਤੀਸਰੇ ਮਹੀਨੇ ਮੈਂ ਕੀ ਕਰਾਂਗਾ, ਮੇਰਾ ਕਿੱਥੋਂ ਚੱਲੂਗਾ ਘਰ। ਤੇ ਮੇਰੀ ਰੋਜ਼ਾਨਾ ਦੀ ਜਿਹੜੀ ਜ਼ਿੰਦਗੀ ਸੀਗੀ ਬਹੁਤ ਜ਼ਿਆਦਾ ਡਿਸਟਰਬ ਹੋ ਗਈ ਸੀ। ਕਿਤੇ ਬਾਥਰੂਮ ਜਾਣਾ ਸੀਗਾ ਤੇ ਮੈਨੂੰ ਫੜ ਕੇ ਲੈ ਕੇ ਜਾਂਦੇ ਸੀਗੇ। ਮੇਰੇ ਹਸਬੰਡ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਸੀ, ਡਿਪਰੈਸ਼ਨ 'ਚ ਚਲੇ ਗਏ ਸੀਗੇ। ਤਾਂ ਉਹਨਾਂ ਦੀ ਹਾਲਤ ਦੇਖ ਕੇ ਮੈਨੂੰ ਵੀ ਬਹੁਤ ਟੈਨਸ਼ਨ ਹੁੰਦੀ ਸੀ ਕਿਉਂਕਿ ਉਹਨਾਂ ਨੂੰ ਨਵਾਉਣਾ, ਉਠਾਉਣਾ, ਲੈਟਰਿਨ ਬਾਥਰੂਮ ਕਰਾਉਣਾ ਸਭ ਮੈਂ ਹੀ ਕਰਦੀ ਸੀ। ਮੇਰੇ ਹਸਬੰਡ ਟੋਟਲੀ ਬੈੱਡ ਤੇ ਸੀ, ਇਹ ਪਾਸਾ ਵੀ ਨਹੀਂ ਲੈ ਸਕਦੇ ਸੀ।
ਬਿਲਕੁਲ ਇਹਨਾਂ ਨੂੰ ਸਿੱਧੇ ਲੇਟਣ ਲਈ ਡਾਕਟਰ ਨੇ ਕਿਹਾ ਸੀਗਾ ਤੇ ਸਿੱਧੇ ਲੇਟਣਾ ਵੀ ਇਹਨਾਂ ਲਈ ਬਹੁਤ ਮੁਸ਼ਕਲ ਸੀ ਕਿਉਂਕਿ ਪੇਨ ਬਹੁਤ ਜ਼ਿਆਦਾ ਸੀਗੀ। 2-2 ਘੰਟੇ ਬਾਅਦ ਇੰਜੈਕਸ਼ਨ ਲਗਾਉਣਾ ਹੀ ਪੈਂਦਾ ਸੀ ਦਰਦ ਦਾ ਇਹਨਾਂ ਨੂੰ, ਫਿਰ ਹੀ ਇਹ ਟਿਕਦੇ ਸੀਗੇ। ਉਸ ਟਾਈਮ ਫਿਰ ਮੈਂ ਟੋਟਲੀ ਬੈੱਡ ਤੇ ਸੀਗਾ ਤੇ ਡਿਪਰੈਸ਼ਨ ਨੇ ਤਾਂ ਮੈਨੂੰ ਘੇਰ ਹੀ ਲਿਆ ਸੀਗਾ ਕਿਉਂਕਿ ਮੈਨੂੰ ਇਹ ਫੀਲ ਹੁੰਦਾ ਸੀਗਾ ਕਿ ਮੈਂ ਹੁਣ ਅਜੇ ਮੈਂ 2-4 ਦਿਨ ਪਹਿਲੇ ਕੰਪੀਟੀਸ਼ਨ ਜਿੱਤ ਕੇ ਆਏ ਆ, ਖੇਡ ਕੇ ਆਏ ਆ, ਕੰਪੀਟੀਸ਼ਨ ਖੇਡਦੇ ਸੀ, ਬੜੇ ਵਧੀਆ ਐਕਸਰਸਾਈਜ਼ ਕਰਦੇ, ਜਿਮ ਜਾਂਦੇ ਸੀ, ਕੋਈ ਪ੍ਰੋਬਲਮ ਨਹੀਂ ਸੀ, ਘਰ 'ਚ ਹੱਸਦੇ ਖੇਡਦੇ ਸੀ। ਪਰ ਇੱਕਦਮ ਬੈੱਡ ਤੇ ਆਉਣ ਕਰਕੇ ਉਹ ਫਿਰ ਮੇਰੇ ਦਿਮਾਗ ਤੇ ਬੜਾ ਜ਼ਿਆਦਾ ਅਸਰ ਪੈ ਗਿਆ ਸੀ, ਬਹੁਤ ਜ਼ਿਆਦਾ ਅਸਰ ਪੈ ਗਿਆ ਸੀਗਾ। ਜਦੋਂ ਮੈਂ ਆਪਣੇ ਘਰੇ ਆਪਣੀਆਂ ਖੁਦ ਜਿੱਤੀਆਂ ਹੋਈਆਂ ਟਰੋਫੀਆਂ ਨੂੰ ਦੇਖਦਾ ਸੀਗਾ, ਦਿਮਾਗ 'ਚ ਇਹ ਚੱਲਦਾ ਸੀਗਾ ਕਿ ਮੈਨੂੰ ਤਾਂ ਡਾਕਟਰ ਨੇ ਕਿਹਾ ਕਿ ਤੇਰੀ ਨਾਰਮਲ ਲਾਈਫ ਵੀ ਬਹੁਤ ਔਖੀ ਹੈ, ਸਪੋਰਟਸ ਦਾ ਤਾਂ ਮੈਨੂੰ ਭੁੱਲ ਹੀ ਜਾਣਾ ਚਾਹੀਦਾ, ਉਹ ਮੈਨੂੰ ਡਾਕਟਰ ਨੇ ਕਹਿ ਦਿੱਤਾ ਸੀਗਾ। ਬਟ ਫਿਰ ਵੀ ਮੈਨੂੰ ਕਿਤੇ ਨਾ ਕਿਤੇ ਦੇਖ ਕੇ, ਟਰੋਫੀਆਂ ਦੇਖ ਕੇ ਜਾਂ ਕੁਛ ਸਪੋਰਟਸਮੈਨ ਜਿੱਦਾਂ ਮੇਰਾ ਪਤਾ ਲੈਣ ਵਾਸਤੇ ਆਉਂਦੇ ਸੀ ਘਰੇ, ਉਹਨਾਂ ਨੂੰ ਦੇਖ ਕੇ ਇੱਕ ਵਾਰੀ ਫਿਰ ਜਗਿਆਸਾ ਜਗਦੀ ਸੀ ਵੀ ਇੱਕ ਵਾਰੀ ਸ਼ੁਰੂ ਤੋਂ ਕਰਾਂ। ਬਟ ਸ਼ੁਰੂ ਮੈਂ ਕਿੱਦਾਂ ਕਰਨਾ ਸੀ, ਮੈਨੂੰ ਤਾਂ ਉੱਥੇ ਫਿਰ ਯਾਦ ਆ ਜਾਂਦੀ ਵੀ ਮੇਰੀ ਨਾਰਮਲ ਲਾਈਫ ਵੀ ਖਤਰੇ 'ਚ ਹੈਗੀ ਹੈ ਤੇ ਸਪੋਰਟਸਮੈਨ ਤਾਂ ਦੁਬਾਰਾ ਬਣਨਾ ਤਾਂ ਬਹੁਤ ਔਖਾ ਹੈ। ਰੀੜ੍ਹ ਦੀ ਹੱਡੀ ਦੇ ਜਿਹੜੇ ਮਣਕੇ ਦੱਬਣ ਕਾਰਨ ਤੇ ਮੇਰੀ ਜਿਹੜੀ ਲੈਫਟ ਲੈਗ ਹੈ ਪੂਰੀ ਸੁੰਨ ਸੀਗੀ, ਪੂਰਾ ਪੰਜਾ ਵੀ ਪੂਰਾ ਸੁੰਨ ਸੀ, ਪੈਰ ਸੁੰਨ ਸੀ ਤੇ ਦਰਦ ਵਿੱਚੋਂ ਪਿੱਛੋਂ ਬਿਜਲੀ ਵਾਂਗੂ ਨਿਕਲਦੀ ਸੀ। ਔਰ ਇਸੇ ਤਰ੍ਹਾਂ ਹੀ ਇਸ ਦੌਰਾਨ ਮੈਂ ਕਮ ਸੇ ਕਮ ਵੀ 9 ਤੋਂ 10 ਡਾਕਟਰ ਚੇਂਜ ਕਰ ਚੁੱਕਿਆ ਸੀਗਾ ਔਰ ਕੋਈ ਵੀ ਡਾਕਟਰ ਨੇ ਇਹ ਨਹੀਂ ਸੀ ਕਿਹਾ ਕਿ ਤੁਸੀਂ ਇਸ ਤਰ੍ਹਾਂ ਹੀ ਫਿੱਟ ਹੋ ਜਾਓਗੇ, ਦਵਾਈਆਂ ਨਾਲ ਸਹੀ ਹੋ ਜਾਓਗੇ। ਕਹਿੰਦੇ ਬਸ ਆਪਰੇਸ਼ਨ ਹੀ ਇਹਦਾ ਹੱਲ ਹੈ, ਸਰਜਰੀ ਹੀ ਇਹਦਾ ਇਲਾਜ ਹੈ। ਫਿਰ ਜਦੋਂ ਸਾਡੇ ਰਿਲੇਟਿਵ ਸਿਸਟਰ ਸੀਗੇ ਜਿਹੜੇ, ਉਹਨਾਂ ਨੇ ਆ ਕੇ ਖਾਂਪੜਾ ਚਰਚ ਬਾਰੇ ਮੈਨੂੰ ਦੱਸਿਆ ਕਿ ਤੁਸੀਂ ਹਰ ਇੱਕ ਡਾਕਟਰ ਕੋਲ ਤੇ ਤੁਸੀਂ ਜਾ ਚੁੱਕੇ ਹੋ, ਘੱਟੋ ਘੱਟ 8 ਤੋਂ 9 ਡਾਕਟਰ ਜਾਂ 10 ਡਾਕਟਰ ਤੋਂ ਤੁਸੀਂ ਫਿਰ ਚੁੱਕੇ ਹੋਏ ਹੋ, ਤੁਹਾਨੂੰ ਕਿਤੇੋਂ ਵੀ ਇਹ ਨਹੀਂ ਹੋਇਆ ਕਿ ਕਿਤੇੋਂ ਕੁਛ ਹੋ ਜਾਏ ਹਾਸਲ ਜਾਂ ਤੁਹਾਨੂੰ ਕੋਈ ਮਾੜਾ ਜਿਹਾ ਕੋਈ ਕਹਿ ਹੀ ਦੇਵੇ ਵੀ ਠੀਕ ਹੋ ਜਾਓਗੇ। ਬਟ ਹੁਣ ਤੁਸੀਂ ਮੇਰੇ ਕਹੇ ਇੱਥੇ ਚਰਚ ਵੀ ਜਾ ਕੇ ਦੇਖੋ। ਤੇ ਐਕਚੁਅਲ 'ਚ ਮੈਨੂੰ ਬਲੀਵ ਨਹੀਂ ਸੀਗਾ, ਮੈਂ ਇਹਨਾਂ ਚੀਜ਼ਾਂ ਤੇ ਬਲੀਵ ਨਹੀਂ ਸੀ ਕਰਦਾ ਕਿ ਮਿਰੈਕਲ ਵੀ ਕੋਈ ਚੀਜ਼ ਹੁੰਦੀ ਆ, ਜਾਂ ਮੈਂ ਖੁਦ ਮਜ਼ਾਕ ਉਡਾਉਂਦਾ ਹੁੰਦਾ ਸੀ ਚਰਚ ਦਾ। ਤੇ ਫਿਰ ਮੈਂ ਸੋਚਿਆ ਕਿ ਹੁਣ ਕਿਸੇ ਪਾਸਿਓਂ ਤਾਂ ਕੁਝ ਹੋ ਨਹੀਂ ਰਿਹਾ ਤੇ ਫਿਰ ਮੈਂ ਆਪਣੀ ਮਿਸਿਜ ਨਾਲ ਡਿਸਕਸ਼ਨ ਕੀਤੀ। ਫਿਰ ਇਹ ਕਹਿੰਦੇ ਵੀ ਹਾਂ ਚਲੀਏ, ਤੇ ਫਿਰ ਮੇਰੀ ਸਿਸਟਰ ਇਨ ਲਾਅ ਸਾਨੂੰ ਦੋਨਾਂ ਜਣਿਆਂ ਨੂੰ ਗੱਡੀ 'ਚ ਲੈ ਕੇ ਚਰਚ 'ਚ ਆਏ। ਜਿਸ ਦਿਨ ਮੈਂ ਪਹਿਲੇ ਦਿਨ ਚਰਚ ਵਿੱਚ ਆਇਆ 2018 ਨੂੰ, ਤੇ ਮੈਂ ਐਮਰਜੈਂਸੀ ਸੈਕਸ਼ਨ ਵਿੱਚ ਸੀਗਾ ਤੇ ਅਪੋਸਟਲ ਸਾਹਿਬ ਨੇ ਫਾਇਰ ਪ੍ਰੇਅਰ ਕੀਤੀ। ਅਪੋਸਟਲ ਜੀ ਨੇ ਫਾਇਰ ਪ੍ਰੇਅਰ ਵਿੱਚ ਕਿਹਾ ਕਿ ਹੱਡੀਆਂ ਦੇ ਰੋਗ ਜਾ ਰਹੇ ਆ, ਤੇ ਮੈਂ ਰਿਸੀਵ ਕੀਤਾ। मैं कमांड करता बीमारियां जान, हड्डियां दे बीमारियां चलियां जान, हड्डियां दे बीमारियां जान, रीढ़ दी हड्डी दे बीमारियां जान। Be healed in the name of Jesus। ਉਸ ਦਿਨ ਜਦੋਂ ਫਾਇਰ ਪ੍ਰੇਅਰ ਦੇ ਦੌਰਾਨ ਅਪੋਸਟਲ ਜੀ ਨੇ ਇਹ ਪ੍ਰੇਅਰ ਕੀਤੀ, ਜਿੱਦਾਂ ਹੀ ਮੈਂ ਉਸ ਸਮਰਥੀ ਪ੍ਰਾਰਥਨਾ ਨੂੰ ਸੁਣਿਆ ਤੇ ਪ੍ਰਭੂ ਨੇ ਮੈਨੂੰ ਛੁਇਆ ਤੇ ਮੈਂ ਜਿਸ ਤਰ੍ਹਾਂ ਲੰਗੜਾਉਂਦੇ ਹੋਏ ਮੈਨੂੰ ਫੜ ਕੇ ਲੈ ਕੇ ਆਏ ਸੀ ਪ੍ਰੇਅਰ ਵਿੱਚ। ਤੇ ਜਦੋਂ ਮੈਂ ਪ੍ਰੇਅਰ ਖਤਮ ਹੋਈ ਤੇ ਆਪਣੇ ਦੋਨਾਂ ਪੈਰਾਂ ਤੇ ਚੱਲ ਕੇ ਆਪਣੀ ਗੱਡੀ ਤੱਕ ਗਿਆ ਸੀਗਾ। ਉਸ ਦਿਨ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਹੀਲ ਹਾਂ ਜੀ, ਬਿਲਕੁਲ ਚੰਗਾ ਹੋ ਗਿਆ ਹਾਂ। ਮੈਂ ਜੋ ਮੇਰੇ ਕੋਲ ਕੰਮ ਨਹੀਂ ਹੁੰਦੇ ਸੀ, ਮੈਂ ਝੁਕ ਨਹੀਂ ਸਕਦਾ ਸੀਗਾ, ਮੇਰੇ ਕੋਲ ਬੈਠਿਆ ਨਹੀਂ ਸੀ ਜਾਂਦਾ, ਮੇਰੇ ਕੋਲ ਨਾ ਲੇਟਿਆ ਜਾਂਦਾ ਨਾ ਬੈਠਿਆ ਜਾਂਦਾ। ਜੋ ਚੀਜ਼ਾਂ ਮੈਂ ਨਹੀਂ ਕਰ ਸਕਦਾ ਸੀਗਾ, ਜਿਸ ਚੀਜ਼ ਤੋਂ ਮੈਨੂੰ ਡਾਕਟਰਾਂ ਨੇ ਮਨਾ ਕੀਤਾ ਹੋਇਆ ਵੀ ਉਹ ਚੀਜ਼ ਤੂੰ ਕਰ ਹੀ ਨਹੀਂ ਸਕਦਾ, ਮੈਂ ਉਹ ਚੀਜ਼ਾਂ ਦੁਬਾਰਾ ਸਟਾਰਟ ਕਰ ਦਿੱਤੀਆਂ। ਜਿਮ ਜਾਣਾ ਸ਼ੁਰੂ ਕਰ ਦਿੱਤਾ। ਜਿਮ ਵੀ ਮੇਰਾ ਫਸਟ ਫਲੋਰ ਤੇ ਸੀਗਾ, ਉਹਦੀਆਂ ਸੀੜੀਆਂ ਚੜ੍ਹ ਕੇ ਜਾਣਾ। ਹੌਲੀ ਹੌਲੀ ਫਿਰ ਮੈਂ ਸਟਾਰਟ ਕਰ ਦਿੱਤੀ ਹਲਕੇ ਤੋਂ ਸ਼ੁਰੂ ਕਰਕੇ ਜਿੰਨੇ weight ਤੇ ਮੇਰੇ ਸੱਟ ਵੱਜੀ ਸੀ, 1 ਕੁਆਂਟਲ 60 ਕਿਲੋ weight ਤੇ ਮੇਰੇ ਸੱਟ ਵੱਜੀ ਸੀ ਰੀੜ੍ਹ ਦੀ ਹੱਡੀ ਤੇ। ਅੱਜ ਮੈਂ ਉਸੇ ਰੀੜ੍ਹ ਦੀ ਹੱਡੀ ਤੇ 1 ਕੁਆਂਟਲ 85 ਕਿਲੋ weight ਲੈ ਕੇ ਸਕੈਟ ਮਾਰ ਲੈਣਾ। ਤੇ 2021 ਵਿੱਚ ਫਿਰ ਮੈਂ ਮਿਸਟਰ ਇੰਡੀਆ ਵਾਸਤੇ ਤਿਆਰੀ ਸ਼ੁਰੂ ਕੀਤੀ ਔਰ ਉਸ ਮਿਸਟਰ ਇੰਡੀਆ ਵਾਲੇ ਕੰਪੀਟੀਸ਼ਨ ਵਿੱਚ ਪ੍ਰਭੂ ਨੇ ਮੈਨੂੰ ਫਸਟ ਪੋਜੀਸ਼ਨ 골ਡ ਮੈਡਲ ਨਾਲ ਬਲੈਸ ਕੀਤਾ। ਤੇ ਜਿੰਨੇ ਲੋਕ ਅੱਜ ਦੀ ਡੇਟ 'ਚ ਬੈੱਡ ਤੇ ਨੇ, ਬਿਮਾਰ ਨੇ, ਇੰਜਰੀ ਤੋਂ ਗ੍ਰਸਤ ਨੇ ਜਾਂ ਕਿਸੇ ਵੀ ਬਿਮਾਰੀ ਤੋਂ ਗ੍ਰਸਤ ਨੇ, ਤੇ ਮੇਰਾ ਉਹਨਾਂ ਨੂੰ ਇਹੀ ਕਹਿਣਾ ਹੈ ਕਿ ਕਿਸੇ ਜੀਵਤ ਚਰਚ ਨਾਲ ਜੁੜੋ, ਜਿਵੇਂ ਕਿ ਖਾਂਬੜਾ ਚਰਚ ਹੈ। ਆਓ ਤੇ ਆਪਣੇ ਹੀਲਿੰਗ ਵੀ ਲਓ, ਬਲੈਸਿੰਗ ਵੀ ਮਿਲਦੀ ਹੈ, ਹਰ ਚੀਜ਼ ਮਿਲਦੀ ਹੈ। ਜਿੱਦਾਂ ਮੈਂ ਮਿਸਟਰ ਇੰਡੀਆ ਦੇ ਖਿਤਾਬ ਨਾਲ ਮੈਨੂੰ ਨਵਾਜਿਆ, ਤੁਹਾਨੂੰ ਵੀ ਜੋ ਤੁਹਾਡੀ ਮਨੋਕਾਮਨਾ ਹੋਏਗੀ, ਜੋ ਤੁਸੀਂ ਚਾਹੁੰਦੇ ਹੋਵੋਗੇ ਲਾਈਫ 'ਚ, ਉਹ ਵੀ ਮਿਲੇਗਾ। ਹੁਣ ਮੈਂ ਆਪਣੀ ਲਾਈਫ 'ਚ ਮਤਲਬ ਹੈਪੀ ਹਾਂ ਜੀ, ਬਹੁਤ ਜ਼ਿਆਦਾ ਖੁਸ਼ ਹਾਂ। ਜੋ ਚੀਜ਼ਾਂ ਮੈਂ ਨਹੀਂ ਕਰ ਪਾਉਂਦਾ ਸੀਗਾ, ਉਹ ਹਰ ਚੀਜ਼ ਮੈਂ ਕਰ ਪਾਉਂਦਾ ਹਾਂ।
ਜਿਮ 'ਚ ਬਿਲਕੁਲ ਹੈਵੀ weight ਕਰੀਦਾ ਆ, ਗੇਮ ਟਿਕਾ ਕੇ ਕਰੀਦੀ ਆ, ਹਰ ਘਰ ਦਾ ਕੰਮ ਮੈਂ ਕਰ ਸਕਦਾ, ਝੁਕ ਸਕਦਾ, ਚੱਲ ਸਕਦਾ, ਦੌੜ ਸਕਦਾ। ਹੁਣ ਮੈਂ ਕੋਈ ਡਿਪਰੈਸ਼ਨ ਨਹੀਂ ਹੈਗਾ ਕਿ ਮੈਨੂੰ ਦੂਸਰੇ ਨੂੰ ਦੇਖ ਕੇ ਲੱਗੇ ਕਿ ਇਹਦੇ ਮੈਂ ਵੀ ਚੱਲ ਫਿਰ ਸਕਦਾ ਜਾਂ ਦੌੜ ਸਕਦਾ ਆ, ਕਿਉਂਕਿ ਮੈਂ ਖੁਦ ਕਰ ਸਕਦਾ। ਮੈਂ ਇਸ ਵੱਡੀ ਹੀਲਿੰਗ ਲਈ ਤੇ ਆਸ਼ੀਸ਼ ਲਈ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਤੇ ਪ੍ਰਭੂ ਦੇ ਦਾਸ ਦਾ ਵੀ ਧੰਨਵਾਦ ਕਰਦਾ। ਜੈ ਮਸੀਹ ਦੀ ਸਾਰਿਆਂ ਨੂੰ। तारीफ करे जोर से सब ताली।